ਮੇਰਾ ਵਿਆਹ ਇੱਕ ਪੜ੍ਹੇ ਲਿਖੇ ਇੰਜੀਨੀਅਰ ਨਾਲ ਹੋਇਆ ਸੀ। ਉਸ ਦੀ ਕੰਪਨੀ ਨੇ ਉਸ ਨੂੰ ਫਰਾਂਸ ਭੇਜਿਆ ਸੀ ਅਤੇ ਉਹ ਫਰਾਂਸ ਵਿੱਚ ਹੀ ਕੰਮ ਕਰਦਾ ਸੀ। ਉਹ ਆਦਮੀ ਉਮਰ ਵਿੱਚ ਮੇਰੇ ਤੋਂ ਬਹੁਤ ਵੱਡਾ ਸੀ। ਉਹ ਅਮੀਰ ਸੀ ਅਤੇ ਫਰਾਂਸ ਵਿੱਚ ਰਹਿੰਦਾ ਸੀ। ਉਸਨੇ ਵਾਅਦਾ ਕੀਤਾ ਸੀ ਕਿ ਵਿਆਹ ਤੋਂ ਬਾਅਦ ਉਹ ਮੈਨੂੰ ਆਪਣੇ ਨਾਲ ਫਰਾਂਸ ਲੈ ਜਾਵੇਗਾ। ਵਾਅਦੇ ਮੁਤਾਬਕ ਵਿਆਹ ਤੋਂ ਬਾਅਦ ਮੇਰਾ ਪਤੀ ਮੈਨੂੰ ਫਰਾਂਸ ਲੈ ਗਿਆ। ਹਰ ਰੋਜ਼ ਜਦੋਂ ਉਹ ਕੰਮ ਤੋਂ ਵਾਪਸ ਆਉਂਦਾ ਤਾਂ ਉਸ ਦੇ ਚਿਹਰੇ 'ਤੇ ਕੁਝ ਨਿਸ਼ਾਨ ਹੁੰਦੇ ਅਤੇ ਉਸ ਦੇ ਬੈਗ ਵਿੱਚ ਪੁਰਾਣੇ ਫਟੇ ਹੋਏ ਔਰਤਾਂ ਦੇ ਕੱਪੜੇ ਹੁੰਦੇ। ਇੱਕ ਦਿਨ ਜਦੋਂ ਮੈਂ ਆਪਣੇ ਪਤੀ ਦੇ ਪਿੱਛੇ ਗਈ ਤਾਂ ਉਹ ਜੋ ਕੰਮ ਕਰ ਰਿਹਾ ਸੀ ਉਸ ਨੂੰ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਕਿਉਂਕਿ ਮੇਰਾ ਪਤੀ ਉੱਥੇ। ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਮੇਰੀ ਕਿਸਮਤ ਇਸ ਤਰ੍ਹਾਂ ਬਦਲ ਜਾਵੇਗੀ। ਮੇਰਾ ਹਰ ਸੁਪਨਾ ਹਕੀਕਤ ਵਿੱਚ ਬਦਲ ਜਾਵੇਗਾ। ਹਰ ਕੁੜੀ ਦੀ ਤਰ੍ਹਾਂ ਮੇਰੇ ਵੀ ਵਿਆਹ ਦੇ ਕਈ ਸੁਪਨੇ ਸਨ, ਪਰ ਹਕੀਕਤ ਦੀ ਦੁਨੀਆ ਨੇ ਮੇਰੇ ਉਹਨਾਂ ਸੁਪਨਿਆਂ ਵਿੱਚ ਰੁਕਾਵਟ ਪਾ ਦਿੱਤੀ। ਇਸ ਨੇ ਮੈਨੂੰ ਜੀਣ ਨਹੀਂ ਦਿੱਤਾ ਅਤੇ ਮੈਂ ਹਮੇਸ਼ਾ ਹਕੀਕਤ ਦੀ ਦੁਨੀਆ ਵਿੱਚ ਰਹਿਣ ਨੂੰ ਤਰਜੀਹ ਦਿੱਤੀ, ਕਿਉਂਕਿ ਮੈਂ ਜਾਣਦੀ ਸੀ ਕਿ ਸਾਡੇ ਵਰਗੇ ਲੋਕਾਂ ਦਾ ਭਵਿੱਖ ਸਾਡੇ ਅਤੀਤ ਵਾਂਗ ਮੁਸ਼ਕਿਲ ਅਤੇ ਦਰਦਨਾਕ ਹੈ। ਮੈਨੂੰ ਯਕੀਨ ਸੀ ਕਿ ਮੈਂ ਸਾਰੀ ਉਮਰ ਇਸੇ ਹਾਲਤ ਵਿੱਚ ਰਹਾਂਗੀ ਜਿਸ ਹਾਲਤ ਵਿੱਚ ਮੇਰਾ ਜਨਮ ਹੋਇਆ। ਮੇਰੇ ਪਿਤਾ ਜੀ ਹਮੇਸ਼ਾ ਕਹਿੰਦੇ ਸਨ ਕਿ ਮੇਰੀ ਧੀ ਰਾਜ ਕਰੇਗੀ ਅਤੇ ਉਸ ਦੇ ਲਈ ਇੱਕ ਤੋਂ ਵੱਧ ਕੇ ਇੱਕ ਵਿਅਕਤੀ ਆਵੇਗਾ। ਅਤੇ ਫਿਰ ਮੇਰੀ ਜ਼ਿੰਦਗੀ ਵਿੱਚ ਇੱਕ ਅਜਿਹਾ ਸਮਾਂ ਆਇਆ ਜਦੋਂ ਪਰਮਾਤਮਾ ਨੇ ਮੇਰੇ ਪਿਤਾ ਦੀਆਂ ਸਾਰੀਆਂ ਪ੍ਰਾਰਥਨਾਵਾਂ ਸੁਣ ਲਈਆਂ ਸਨ ਅਤੇ ਉਹ ਸਾਰੇ ਸੁਪਨੇ ਜਿਨ੍ਹਾਂ ਨੂੰ ਮੈਂ ਦੇਖਣ ਤੋਂ ਡਰਦੀ ਸੀ, ਉਹਨਾਂ ਨੇ ਹਕੀਕਤ ਦਾ ਰੂਪ ਲੈ ਲਿਆ ਸੀ। ਮੇਰਾ ਨਾਮ ਮਹਿਮਾ ਹੈ ਅਤੇ ਮੈਂ 18 ਸਾਲ ਦੀ ਹੋਣ ਵਾਲੀ ਸੀ। ਮੈਂ ਬਚਪਨ ਤੋਂ ਹੀ ਗਰੀਬੀ ਦੇਖੀ ਸੀ ਅਤੇ ਆਪਣੇ ਮਾਤਾ ਪਿਤਾ ਦੇ ਨਾਲ ਨਾਲ ਗਰੀਬੀ ਤੋਂ ਤੰਗ ਆ ਗਈ ਸੀ। ਚੰਗਾ ਖਾਣਾ ਤੇ ਚੰਗੇ ਕੱਪੜੇ ਪਹਿਨਣਾ ਸਾਡੀ ਕਿਸਮਤ ਵਿੱਚ ਨਹੀਂ ਲਿਖਿਆ ਸੀ। ਅਸੀਂ ਛੋਟੀਆਂ ਚੀਜ਼ਾਂ ਲਈ ਤਰਸ ਰਹੇ ਸੀ। ਸਮੇਂ ਦੇ ਨਾਲ ਮੈਂ ਜਵਾਨ ਹੋ ਗਈ। ਸਾਡੀ ਕੋਈ ਇੱਛਾ ਕਦੇ ਪੂਰੀ ਨਹੀਂ ਹੋਈ। ਮੇਰੇ ਪਿਤਾ ਇੱਕ ਮਜ਼ਦੂਰ ਸਨ ਜੋ ਦਿਹਾੜੀ ਤੇ ਕੰਮ ਕਰਦੇ ਸਨ। ਇਸ ਕਾਰਨ ਸਾਡੇ ਘਰ ਦਾ ਗੁਜ਼ਾਰਾ ਵੀ ਬਹੁਤ ਮੁਸ਼ਕਿਲ ਹੁੰਦਾ ਸੀ, ਕਿਉਂਕਿ ਸਾਡਾ ਘਰ ਵੀ ਕਿਰਾਏ ਤੇ ਸੀ ਅਤੇ ਮਾਂ ਨੂੰ ਹਰ ਰੋਜ਼ ਪੈਸੇ ਬਚਾ ਕੇ ਕਿਰਾਏ ਦੇ ਪੈਸੇ ਵੱਖਰੇ ਰੱਖਣੇ ਪੈਂਦੇ ਸਨ। ਜਿਵੇਂ ਹੀ ਮੈਂ ਜਵਾਨ ਹੋਈ ਅਤੇ ਮੈਂ ਦੇਖਿਆ ਕਿ ਮੇਰੇ ਪਿਤਾ ਜੀ ਸਾਰੀ ਉਮਰ ਮਜ਼ਦੂਰੀ ਕਰਨ ਤੋਂ ਬਾਅਦ ਬੁੱਢੇ ਹੋ ਗਏ ਸਨ ਅਤੇ ਇਸ ਕਾਰਨ ਉਹਨਾਂ ਦੀ ਪਿੱਠ ਵੀ ਝੁਕ ਗਈ ਸੀ। ਫਿਰ ਆਪਣੇ ਪਿਤਾ ਨੂੰ ਸਹਾਰਾ ਦੇਣ ਲਈ ਮੈਂ ਵੀ ਇੱਕ ਹਸਪਤਾਲ ਵਿੱਚ ਸਫਾਈ ਸੇਵਕ ਦੀ ਨੌਕਰੀ ਕਰ ਲਈ। ਅਸੀਂ 4 ਭੈਣ ਇੱਕ ਭਰਾ ਸੀ। ਮੈਂ ਸਭ ਤੋਂ ਵੱਡੀ ਸੀ, ਇਸ ਲਈ ਮੈਂ ਆਪਣੀ ਉਮਰ ਨਾਲੋਂ ਤੇਜ਼ੀ ਨਾਲ ਵੱਡੀ ਹੋਈ। ਮੇਰੇ ਪਿਤਾ ਜੀ ਮੈਨੂੰ ਬਹੁਤ ਪਿਆਰ ਕਰਦੇ ਸਨ ਅਤੇ ਜਦੋਂ ਵੀ ਮੈਨੂੰ ਮਿਹਨਤ ਕਰਦੇ ਦੇਖਦੇ ਸਨ, ਮੇਰੇ ਸਿਰ 'ਤੇ ਹੱਥ ਰੱਖ ਕੇ ਮੇਰੇ ਚੰਗੇ ਭਾਗਾਂ ਲਈ ਅਰਦਾਸ ਕਰਦੇ ਸਨ। ਇਸੇ ਤਰ੍ਹਾਂ ਇੱਕ ਦਿਨ ਪਰਮਾਤਮਾ ਨੇ ਮੇਰੇ ਪਿਤਾ ਦੀਆਂ ਸਾਰੀਆਂ ਪ੍ਰਾਰਥਨਾਵਾਂ ਸੁਣ ਲਈਆਂ ਅਤੇ ਹਸਪਤਾਲ ਵਿੱਚ ਕੰਮ ਕਰਦੀ ਇੱਕ ਨਰਸ ਨੇ ਮੈਨੂੰ ਇੱਕ ਅਜਿਹਾ ਰਿਸ਼ਤੇਦਾਰ ਭੇਜਿਆ ਜਿਸ ਬਾਰੇ ਅਸੀਂ ਗਰੀਬ ਲੋਕ ਕਦੇ ਸੋਚ ਵੀ ਨਹੀਂ ਸਕਦੇ। ਨਰਸ ਦੀ ਸਹੇਲੀ ਮੇਰੇ ਲਈ ਰਿਸ਼ਤਾ ਲੈ ਕੇ ਆਈ ਸੀ। ਉਹ ਆਪਣੇ ਭਰਾ ਦਾ ਵਿਆਹ ਮੇਰੇ ਨਾਲ ਕਰਵਾਉਣਾ ਚਾਹੁੰਦੀ ਸੀ। ਮੈਂ ਜਵਾਨ ਅਤੇ ਸੁੰਦਰ ਸੀ, ਇਸ ਲਈ ਉਹ ਸਾਡੀ ਗਰੀਬੀ ਦੇ ਬਾਵਜੂਦ ਵੀ ਮੈਨੂੰ ਆਪਣੀ ਭਾਬੀ ਬਣਾਉਣ ਲਈ ਤਿਆਰ ਸੀ। ਸਾਡੇ ਵਰਗੇ ਲੋਕਾਂ ਲਈ ਇਹ ਬਹੁਤ ਖੁਸ਼ੀ ਦੀ ਗੱਲ ਸੀ, ਪਰ ਉਸ ਸਮੇਂ ਸਾਡੀ ਖੁਸ਼ੀ ਹੈਰਾਨੀ ਵਿੱਚ ਬਦਲ ਗਈ ਜਦੋਂ ਨਰਸ ਦੀ ਸਹੇਲੀ ਸੋਨਮ ਮੈਡਮ ਨੇ ਦੱਸਿਆ ਕਿ ਉਸ ਦਾ ਭਰਾ ਫਰਾਂਸ ਵਿੱਚ ਰਹਿੰਦਾ ਹੈ, ਚੰਗੀ ਨੌਕਰੀ ਕਰਦਾ ਹੈ ਅਤੇ ਉਹ ਵਿਆਹ ਤੋਂ ਬਾਅਦ ਮੈਨੂੰ ਵੀ ਆਪਣੇ ਨਾਲ ਫਰਾਂਸ ਲੈ ਜਾਵੇਗਾ। ਇਹ ਸੁਣ ਕੇ ਮੇਰੇ ਮਾਤਾ ਪਿਤਾ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ। ਮੇਰੇ ਮਾਪਿਆਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਮੇਰੇ ਲਈ ਅਜਿਹਾ ਰਿਸ਼ਤਾ ਆਵੇਗਾ। ਸੋਨਮ ਮੈਡਮ ਨੇ ਸਾਨੂੰ ਆਪਣੇ ਭਰਾ ਦੀ ਤਸਵੀਰ ਅਤੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਤੁਸੀਂ ਮੇਰੇ ਭਰਾ ਬਾਰੇ ਪਤਾ ਕਰ ਲਓ ਅਤੇ ਫਿਰ ਰਿਸ਼ਤਾ ਕਰਨ ਬਾਰੇ ਦੱਸਿਓ। ਸੋਨਮ ਮੈਡਮ ਦੇ ਭਰਾ ਰਵੀ ਦੀ ਉਮਰ 38 ਸਾਲ ਦੇ ਕਰੀਬ ਸੀ, ਜਦੋਂ ਕਿ ਮੈਂ ਅਜੇ 19 ਸਾਲਾਂ ਦੀ ਸੀ। ਉਹ ਫਰਾਂਸ ਵਿੱਚ ਇੱਕ ਕੰਪਨੀ ਵਿੱਚ ਕੰਮ ਕਰਦਾ ਸੀ ਅਤੇ ਸੋਨਮ ਮੈਡਮ ਨੇ ਦੱਸਿਆ ਕਿ ਉਹ ਭਾਰਤੀ ਰੁਪਏ ਵਿੱਚ 3 ਲੱਖ ਰੁਪਏ ਕਮਾਉਂਦਾ ਹੈ। ਫਰਾਂਸ ਵਿੱਚ ਸਾਡੀ ਕੋਈ ਜਾਣ ਪਹਿਚਾਣ ਵੀ ਨਹੀਂ ਸੀ ਤਾਂ ਪਾਪਾ ਮੁੰਡੇ ਬਾਰੇ ਕਿੱਥੋਂ ਪਤਾ ਕਰ ਸਕਦੇ ਸਨ। ਪਰ ਇੱਥੇ ਜਦੋਂ ਪਾਪਾ ਨੇ ਆਪਣੇ ਜਾਣ ਪਛਾਣ ਵਾਲਿਆਂ ਤੋਂ ਉਸ ਆਦਮੀ ਬਾਰੇ ਪੁੱਛਿਆ ਤਾਂ ਸਾਰਿਆਂ ਨੇ ਦੱਸਿਆ ਕਿ ਰਵੀ ਨੂੰ ਫਰਾਂਸ ਗਏ ਨੂੰ ਕਾਫੀ ਸਮਾਂ ਹੋ ਗਿਆ ਹੈ। ਉਹ ਬਹੁਤ ਚੰਗੇ ਸੁਭਾਅ ਦਾ ਮੁੰਡਾ ਸੀ। ਕਾਫੀ ਸੋਚ ਵਿਚਾਰ ਤੋਂ ਬਾਅਦ ਪਾਪਾ ਨੇ ਫੈਸਲਾ ਕੀਤਾ ਕਿ ਮੇਰਾ ਅਤੇ ਰਵੀ ਦਾ ਰਿਸ਼ਤਾ ਤੈਅ ਕਰ ਦਿੱਤਾ ਜਾਵੇ, ਕਿਉਂਕਿ ਰਿਸ਼ਤਾ ਮੇਰੀ ਜ਼ਿੰਦਗੀ ਬਦਲ ਸਕਦਾ ਸੀ। ਪਾਪਾ ਨੂੰ ਉਮਰ ਦੇ ਨਾਲ ਕੋਈ ਫਰਕ ਨਹੀਂ ਪਿਆ ਅਤੇ ਉਹਨਾਂ ਨੇ ਕਿਹਾ ਕਿ ਰਵੀ ਸਾਡੀ ਬੇਟੀ ਨੂੰ ਚੰਗੀ ਜ਼ਿੰਦਗੀ ਤੇ ਖੁਸ਼ੀਆਂ ਦੇ ਸਕਦਾ ਹੈ। ਸਾਡੇ ਲਈ ਇਹ ਕਾਫੀ ਹੈ ਅਤੇ ਹੋ ਸਕਦਾ ਹੈ
ਕਿ ਇਸ ਤਰ੍ਹਾਂ ਮੇਰੀ ਮਾਂ ਦੀਆਂ ਦੂਜੀਆਂ ਬੇਟੀਆਂ ਦੀ ਕਿਸਮਤ ਵੀ ਖੁੱਲ੍ਹ ਜਾਵੇਗੀ ਅਤੇ ਉਹਨਾਂ ਦਾ ਜੀਵਨ ਵੀ ਖੁਸ਼ੀਆਂ ਨਾਲ ਭਰ ਜਾਵੇਗਾ। ਸੋਨਮ ਮੈਡਮ ਨੇ ਵਿਆਹ ਤੋਂ ਪਹਿਲਾਂ ਪਿਤਾ ਜੀ ਅਤੇ ਸਾਨੂੰ ਸਾਰਿਆਂ ਨੂੰ ਆਪਣੇ ਘਰ ਬੁਲਾਇਆ ਸੀ। ਅਸੀਂ ਉੱਥੇ ਗਏ ਤੇ ਹੈਰਾਨੀ ਨਾਲ ਸਾਡੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ। ਸੋਨਮ ਮੈਡਮ ਦਾ ਘਰ ਬਹੁਤ ਵੱਡਾ ਸੀ। ਸੋਨਮ ਮੈਡਮ ਬਹੁਤ ਹੀ ਚੰਗੇ ਸੁਭਾਅ ਵਾਲੀ ਕੁੜੀ ਸੀ। ਉਸਨੇ ਸਾਨੂੰ ਕਦੇ ਇਹ ਮਹਿਸੂਸ ਨਹੀਂ ਕਰਵਾਇਆ ਸੀ ਕਿ ਅਸੀਂ ਬਹੁਤ ਗਰੀਬ ਹਾਂ। ਉਸਨੇ ਹਮੇਸ਼ਾ ਸਾਨੂੰ ਬਰਾਬਰ ਦਾ ਦਰਜਾ ਦਿੱਤਾ। ਵਿਆਹ ਦੇ ਦਿਨ ਨੇੜੇ ਆ ਰਹੇ ਸਨ। ਰਵੀ ਵਿਆਹ ਲਈ ਫਰਾਂਸ ਤੋਂ ਆਇਆ ਸੀ। ਪਿਤਾ ਜੀ ਉਸ ਦੀਆਂ ਆਦਤਾਂ ਅਤੇ ਵਿਹਾਰ ਤੋਂ ਪ੍ਰਭਾਵਿਤ ਹੋਏ। ਜਦੋਂ ਉਹ ਉਸ ਨੂੰ ਪਹਿਲੀ ਵਾਰ ਮਿਲੇ ਸੀ, ਬਿਨਾਂ ਕਿਸੇ ਜਾਂਚ ਪੜਤਾਲ ਦੇ ਰਵੀ ਇੱਕ ਚੰਗਾ ਅਤੇ ਪੜ੍ਹਿਆ ਲਿਖਿਆ ਵਿਅਕਤੀ ਸੀ। ਵਿਆਹ ਵਾਲੀ ਰਾਤ ਹੀ ਉਸਨੇ ਮੇਰੇ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਹੁਣ ਤੱਕ ਉਹ ਆਪਣੀਆਂ ਜ਼ਿੰਮੇਵਾਰੀਆਂ ਕਾਰਨ ਵਿਆਹ ਨਹੀਂ ਕਰਵਾ ਸਕਿਆ ਸੀ, ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਸ ਨੂੰ ਇੰਨੀ ਸੋਹਣੀ ਤੇ ਜਵਾਨ ਕੁੜੀ ਮਿਲੇਗੀ। ਮੈਂ ਵੀ ਰਵੀ ਨਾਲ ਵਿਆਹ ਕਰਕੇ ਬਹੁਤ ਖੁਸ਼ ਸੀ ਅਤੇ ਹੁਣ ਮੇਰੇ ਲਈ ਉਮਰ ਦਾ ਫਰਕ ਵੀ ਕੋਈ ਮਾਇਨੇ ਨਹੀਂ ਰੱਖਦਾ ਸੀ, ਕਿਉਂਕਿ ਰਵੀ ਨੇ ਆਪਣੇ ਆਪ ਨੂੰ ਇੱਕ ਚੰਗਾ ਇਨਸਾਨ ਸਾਬਤ ਕਰ ਦਿੱਤਾ ਸੀ। ਰਵੀ ਨਹੀਂ ਚਾਹੁੰਦਾ ਸੀ ਕਿ ਮੇਰੇ ਪਿਤਾ ਵਿਆਹ 'ਤੇ ਕੋਈ ਪੈਸਾ ਖਰਚ ਕਰਨ। ਅਗਲੇ ਹੀ ਦਿਨ ਉਹਨਾਂ ਨੇ ਆਪਣੇ ਘਰ ਇੱਕ ਵੱਡੀ ਰਿਸੈਪਸ਼ਨ ਕੀਤੀ ਅਤੇ ਮੇਰੀਆਂ ਸਾਰੀਆਂ ਇੱਛਾਵਾਂ ਪੂਰੀਆਂ ਕੀਤੀਆਂ। ਮੈਂ ਹਮੇਸ਼ਾ ਇਸ ਤਰ੍ਹਾਂ ਦਾ ਵਿਆਹ ਕਰਨਾ ਚਾਹੁੰਦੀ ਸੀ, ਪਰ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਮੇਰੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਸਕਦੀਆਂ ਹਨ। ਕੁਝ ਹੀ ਦਿਨਾਂ ਵਿੱਚ ਰਵੀ ਨੇ ਮੇਰੇ ਵਿਦੇਸ਼ ਜਾਣ ਦੀ ਸਾਰੀ ਕਾਗਜ਼ੀ ਕਾਰਵਾਈ ਪੂਰੀ ਕੀਤੀ ਅਤੇ ਮੈਨੂੰ ਆਪਣੇ ਨਾਲ ਫਰਾਂਸ ਲੈ ਆਇਆ। ਮੇਰੇ ਮਾਤਾ ਪਿਤਾ ਬਹੁਤ ਖੁਸ਼ ਸਨ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਜਿਵੇਂ ਰੱਬ ਨੇ ਅੱਜ ਤੱਕ ਮੇਰੇ ਲਈ ਕੀਤੀਆਂ ਸਾਰੀਆਂ ਪ੍ਰਾਰਥਨਾਵਾਂ ਸੁਣ ਲਈਆਂ ਹਨ। ਰਵੀ ਨੇ ਦੇਖਭਾਲ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਅਸਲ ਵਿੱਚ ਉਹ ਮੇਰੇ ਮਾਤਾ ਪਿਤਾ ਦੀ ਵੀ ਬਹੁਤ ਇੱਜ਼ਤ ਕਰਦਾ ਸੀ। ਫਰਾਂਸ ਆਉਣ ਤੋਂ ਬਾਅਦ ਰਵੀ 2-4 ਦਿਨ ਕੰਮ 'ਤੇ ਨਹੀਂ ਗਿਆ। ਮੈਨੂੰ ਆਪਣੇ ਨਾਲ ਪੂਰਾ ਫਰਾਂਸ ਘੁਮਾਇਆ। ਆਪਣੀ ਪੂਰੀ ਜ਼ਿੰਦਗੀ ਵਿੱਚ ਅਜਿਹੀਆਂ ਸ਼ਾਨਦਾਰ ਇਮਾਰਤਾਂ ਅਤੇ ਹੋਟਲ ਕਦੇ ਨਹੀਂ ਦੇਖੇ ਸਨ। ਮੇਰੀ ਕਿਸਮਤ ਪੂਰੀ ਤਰ੍ਹਾਂ ਬਦਲ ਗਈ ਸੀ ਅਤੇ ਕਈ ਵਾਰ ਮੈਨੂੰ ਲੱਗਦਾ ਸੀ ਜਿਵੇਂ ਮੈਂ ਸੁਪਨਾ ਦੇਖ ਰਹੀ ਹਾਂ ਅਤੇ ਮੇਰੀ ਅੱਖ ਖੁੱਲ੍ਹ ਜਾਵੇਗੀ ਅਤੇ ਸਭ ਕੁਝ ਖਤਮ ਹੋ ਜਾਵੇਗਾ। ਸਾਨੂੰ ਫਰਾਂਸ ਆਏ ਨੂੰ 1 ਹਫ਼ਤਾ ਹੋ ਗਿਆ ਸੀ ਅਤੇ ਰਵੀ ਦੁਬਾਰਾ ਨੌਕਰੀ ਜੁਆਇਨ ਕਰ ਗਿਆ ਸੀ। ਮੈਂ ਸਾਰਾ ਦਿਨ ਫਲੈਟ ਵਿੱਚ ਇਕੱਲੀ ਰਹਿੰਦੀ ਸੀ ਅਤੇ ਰਵੀ ਸਵੇਰੇ ਜਾਂਦਾ ਸੀ ਅਤੇ ਰਾਤ ਨੂੰ ਵਾਪਸ ਆਉਂਦਾ ਸੀ ਤਾਂ ਮੈਂ ਉਸ ਦੇ ਆਉਣ ਤੋਂ ਪਹਿਲਾਂ ਘਰ ਦੇ ਸਾਰੇ ਕੰਮ ਮੁਕਾ ਲੈਂਦੀ ਸੀ ਅਤੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲ ਕਰ ਲੈਂਦੀ ਸੀ। ਮੇਰੇ ਪਰਿਵਾਰਕ ਮੈਂਬਰ ਮੇਰੇ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਸਨ। ਅਸਲ ਵਿੱਚ ਹੁਣ ਮੇਰੇ ਮਾਤਾ ਪਿਤਾ ਚਾਹੁੰਦੇ ਸਨ ਕਿ ਮੇਰੀਆਂ ਭੈਣਾਂ ਦਾ ਵੀ ਮੇਰੇ ਵਾਂਗ ਹੀ ਚੰਗੇ ਪਰਿਵਾਰ ਵਿੱਚ ਵਿਆਹ ਹੋਵੇ। ਹੁਣ ਮੈਂ ਆਰਾਮਦਾਇਕ ਜੀਵਨ ਬਤੀਤ ਕਰ ਰਹੀ ਸੀ, ਪਰ ਮੈਂ ਕੁਝ ਚੀਜ਼ਾਂ ਨੂੰ ਲੈ ਕੇ ਬਹੁਤ ਹੈਰਾਨ ਸੀ ਅਤੇ ਚਾਹ ਕੇ ਵੀ ਰਵੀ ਨੂੰ ਸਵਾਲ ਨਹੀਂ ਕਰ ਸਕਦੀ ਸੀ। ਉਸ ਦਾ ਪਿਆਰ ਹੁਣ ਵੀ ਪਹਿਲਾਂ ਵਾਂਗ ਤਾਜ਼ਾ ਸੀ ਅਤੇ ਉਹ ਕੰਮ ਤੋਂ ਵਾਪਸ ਆ ਕੇ ਮੇਰੇ 'ਤੇ ਇਸ ਤਰ੍ਹਾਂ ਆਪਣੇ ਪਿਆਰ ਦੀ ਵਰਖਾ ਕਰਦੇ ਸੀ ਕਿ ਮੈਂ ਸਭ ਕੁਝ ਭੁੱਲ ਕੇ ਉਸ ਦੀ ਬਣ ਜਾਂਦੀ। ਸੋਨਮ ਮੈਡਮ ਹਮੇਸ਼ਾ ਸਾਨੂੰ ਫੋਨ ਕਰਦੀ ਸੀ। ਰਵੀ ਨੇ ਦੱਸਿਆ ਸੀ ਕਿ ਉਸ ਦੇ ਮਾਤਾ ਪਿਤਾ ਦੀ ਮੌਤ ਤੋਂ ਬਾਅਦ ਉਸਨੇ ਸੋਨਮ ਮੈਡਮ ਦਾ ਜਲਦੀ ਹੀ ਵਿਆਹ ਕਰਵਾ ਦਿੱਤਾ ਅਤੇ ਆਪ ਫਰਾਂਸ ਆ ਗਿਆ। ਉਹ ਕਈ ਸਾਲ ਪਹਿਲਾਂ ਤੋਂ ਫਰਾਂਸ ਵਿੱਚ ਰਹਿੰਦਾ ਸੀ। ਉਸਨੇ ਦੱਸਿਆ ਕਿ ਉਸਨੇ ਆਪਣੀ ਜ਼ਿੰਦਗੀ ਵਿੱਚ ਪਹਿਲਾਂ ਵੀ ਅਜਿਹੀਆਂ ਕਈ ਮੁਸ਼ਕਲਾਂ ਅਤੇ ਮੁਸੀਬਤਾਂ ਦਾ ਸਾਹਮਣਾ ਕੀਤਾ ਸੀ ਅਤੇ ਜਦੋਂ ਉਹ ਫਰਾਂਸ ਆਇਆ ਤਾਂ ਉਸ ਦੇ ਹਾਲਾਤ ਬਦਲਦੇ ਗਏ। ਹੁਣ ਉਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਮੇਰੇ ਨਾਲ ਵਿਆਹ ਕਰਨ ਤੋਂ ਪਹਿਲਾਂ ਮੈਂ ਪੂਰੀ ਤਰ੍ਹਾਂ ਇਕੱਲੇਪਨ ਦਾ ਸ਼ਿਕਾਰ ਸੀ ਅਤੇ ਮੇਰੇ ਨਾਲ ਵਿਆਹ ਕਰਵਾਉਣ ਤੋਂ ਬਾਅਦ ਉਸ ਦੀ ਇਕੱਲੀ ਜ਼ਿੰਦਗੀ ਵੀ ਖਤਮ ਹੋ ਗਈ। ਰਵੀ ਮੇਰੇ ਨਾਲ ਬਹੁਤ ਖੁਸ਼ ਸੀ ਅਤੇ ਮੈਨੂੰ ਵੀ ਉਸ ਵਿੱਚ ਕੋਈ ਕਮੀ ਨਜ਼ਰ ਨਹੀਂ ਆਈ, ਜਿਸ ਕਾਰਨ ਮੈਂ ਉਸ ਨੂੰ ਸ਼ਿਕਾਇਤ ਕਰਦੀ। ਰਵੀ ਆਪਣਾ ਕੰਮ ਉਸੇ ਤਰ੍ਹਾਂ ਕਰ ਰਿਹਾ ਸੀ ਜਿਵੇਂ ਉਹ ਪਹਿਲਾਂ ਕਰਦਾ ਸੀ। ਉਸ ਦੀ ਨੌਕਰੀ ਦਾ ਸਮਾਂ ਸਾਰਣੀ ਬਿਲਕੁਲ ਫਿਕਸ ਸੀ ਅਤੇ ਮੈਨੂੰ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਜਦੋਂ ਵੀ ਰਵੀ ਕੰਮ ਤੋਂ ਵਾਪਸ ਆਉਂਦਾ ਤਾਂ ਉਸ ਦੇ ਚਿਹਰੇ 'ਤੇ ਨਿਸ਼ਾਨ ਹੁੰਦੇ ਸਨ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਉਸ ਦੇ ਚਿਹਰੇ 'ਤੇ ਕਿਸ ਤਰ੍ਹਾਂ ਦੇ ਨਿਸ਼ਾਨ ਸਨ। ਮੈਂ ਕਈ ਵਾਰ ਉਸ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ, ਪਰ ਉਹ ਕਦੇ ਜਵਾਬ ਨਹੀਂ ਦਿੰਦਾ ਸੀ। ਸਗੋਂ ਝੱਟ-ਪੱਟ ਮੇਰਾ ਹੱਥ ਫੜ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਨ ਲੱਗ ਪੈਂਦਾ ਸੀ ਤੇ ਮੈਂ ਸਭ ਕੁਝ ਭੁੱਲ ਕੇ ਉਸ ਦੀ ਬਣ ਜਾਂਦੀ ਤੇ ਗੱਲ ਮੁੱਕ ਜਾਂਦੀ ਸੀ। ਇੱਕ ਦਿਨ ਜਦੋਂ ਰਵੀ ਕੰਮ ਤੋਂ ਵਾਪਸ ਆਇਆ ਤਾਂ ਉਸਨੇ ਮੈਨੂੰ ਆਪਣਾ ਮੋਬਾਈਲ ਚਾਰਜ ਕਰਨ ਲਈ ਕਿਹਾ ਤੇ ਫਿਰ ਫਰੈਸ਼ ਹੋ ਕੇ ਅਸੀਂ ਇਕੱਠੇ ਡਿਨਰ ਕਰਾਂਗੇ। ਮੈਨੂੰ ਰਵੀ ਦੇ ਮੋਬਾਈਲ ਦਾ ਚਾਰਜਰ ਨਹੀਂ ਮਿਲ ਰਿਹਾ ਸੀ। ਮੈਂ ਸੋਚਿਆ ਸ਼ਾਇਦ ਇਹ ਉਸ ਦੇ ਬੈਗ ਵਿੱਚ ਹੈ ਜੋ ਉਹ ਆਪਣੀ ਨੌਕਰੀ ਲਈ ਲੈ ਜਾਂਦਾ ਹੈ। ਇਹ ਸੋਚ ਕੇ ਜਦੋਂ ਮੈਂ ਉਸ ਦਾ ਬੈਗ ਖੋਲ੍ਹਿਆ ਤਾਂ ਇਹ ਦੇਖ ਕੇ ਮੈਂ ਹੈਰਾਨ ਰਹਿ ਗਈ। ਉਸ ਵਿੱਚ ਮਰਦਾਂ ਅਤੇ ਔਰਤਾਂ ਦੇ ਫਟੇ ਪੁਰਾਣੇ ਕੱਪੜੇ ਸਨ। ਮੈਨੂੰ ਬਿਲਕੁਲ ਵੀ ਸਮਝ ਨਹੀਂ ਆ ਰਹੀ ਸੀ ਕਿ ਰਵੀ ਦੀ ਬੈਗ ਵਿੱਚ
ਇਹਨਾਂ ਕੱਪੜਿਆਂ ਦਾ ਕੀ ਕੰਮ ਸੀ? ਪਰ ਮੈਂ ਜਲਦੀ ਹੀ ਡਰ ਕੇ ਉਸ ਦਾ ਬੈਗ ਬੰਦ ਕਰ ਦਿੱਤਾ ਕਿ ਸ਼ਾਇਦ ਉਸ ਨੂੰ ਲੱਗੇ ਕਿ ਮੈਂ ਉਸ ਦੀ ਜਾਸੂਸੀ ਕੀਤੀ ਹੈ। ਪਰ ਮੇਰੇ ਮਨ ਵਿੱਚ ਅਜੀਬ ਵਿਚਾਰ ਆ ਰਹੇ ਸਨ। ਹੁਣ ਤੱਕ ਉਸ ਦੇ ਚਿਹਰੇ 'ਤੇ ਨਿਸ਼ਾਨ ਦਾ ਵੀ ਜਵਾਬ ਨਹੀਂ ਮਿਲਿਆ ਸੀ ਅਤੇ ਹੁਣ ਉਸ ਦੇ ਬੈਗ ਵਿੱਚ ਫਟੇ ਪੁਰਾਣੇ ਕੱਪੜੇ ਦੇਖ ਕੇ ਮੈਨੂੰ ਇੱਕ ਅਜੀਬ ਜਿਹੀ ਬੇਚੈਨੀ ਦਾ ਅਹਿਸਾਸ ਹੋਇਆ ਸੀ। ਅਗਲੇ ਦਿਨ ਰਵੀ ਫਿਰ ਤੜਕੇ ਕੰਮ 'ਤੇ ਚਲਾ ਗਿਆ, ਪਰ ਮੈਂ ਸਾਰਾ ਦਿਨ ਉਸ ਬਾਰੇ ਸੋਚਦੀ ਰਹੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਉਹ ਰਾਤ ਨੂੰ ਵਾਪਸ ਆਇਆ ਅਤੇ ਸੌਂ ਗਿਆ। ਮੈਂ ਇੱਕ ਵਾਰ ਫਿਰ ਉਸ ਦਾ ਬੈਗ ਚੈੱਕ ਕੀਤਾ। ਬੈਗ ਵਿੱਚ ਅਜੇ ਵੀ ਪੁਰਾਣੇ ਫਟੇ ਹੋਏ ਕੱਪੜੇ ਸਨ। ਰਾਤ ਦਾ ਖਾਣਾ ਖਾਂਦੇ ਸਮੇਂ ਜਦੋਂ ਮੈਂ ਉਸ ਦੇ ਚਿਹਰੇ ਵੱਲ ਦੇਖਿਆ ਤਾਂ ਅੱਜ ਫਿਰ ਉਸ ਦੇ ਚਿਹਰੇ 'ਤੇ ਤਾਜ਼ੇ ਨਿਸ਼ਾਨ ਸਨ। ਕੁਝ ਤਾਂ ਅਜਿਹਾ ਸੀ ਜਿਸ ਤੋਂ ਮੈਂ ਅਣਜਾਣ ਸੀ। ਰਵੀ ਨੂੰ ਕੋਈ ਪਰੇਸ਼ਾਨ ਕਰ ਰਿਹਾ ਸੀ। ਅਜਿਹਾ ਕਿਹੜਾ ਕੰਮ ਕਰਦਾ ਸੀ ਜਿਸ ਕਾਰਨ ਉਸ ਦੇ ਚਿਹਰੇ 'ਤੇ ਨਿਸ਼ਾਨ ਪੈ ਗਏ ਅਤੇ ਉਸ ਨੂੰ ਪੁਰਾਣੇ ਫਟੇ ਹੋਏ ਔਰਤਾਂ ਦੇ ਕੱਪੜਿਆਂ ਦੀ ਕੀ ਲੋੜ ਸੀ? ਰਵੀ ਨੇ ਦੱਸਿਆ ਸੀ ਕਿ ਉਹ ਫਰਾਂਸ ਸਟੀਲ ਕੰਪਨੀ 'ਚ ਬਹੁਤ ਚੰਗੀ ਪੋਸਟ 'ਤੇ ਕੰਮ ਕਰਦਾ ਹੈ ਅਤੇ ਉਸ ਦੀ ਜੀਵਨ ਸ਼ੈਲੀ ਅਤੇ ਸ਼ਖਸੀਅਤ ਵੀ ਇਸ ਗੱਲ ਦੀ ਗਵਾਹੀ ਦੇ ਰਹੀ ਸੀ। ਪਰ ਸ਼ਾਇਦ ਅਸਲੀਅਤ ਉਸ ਬਾਰੇ ਕੁਝ ਹੋਰ ਹੀ ਦੱਸ ਰਹੀ ਸੀ। ਸੱਚ ਜਾਣਨ ਲਈ ਮੈਂ ਰਵੀ ਦਾ ਪਿੱਛਾ ਕਰਨ ਦਾ ਮਨ ਬਣਾ ਲਿਆ ਸੀ ਅਤੇ ਜਿਵੇਂ ਹੀ ਉਹ ਘਰੋਂ ਨਿਕਲਿਆ ਮੈਂ ਵੀ ਉਸ ਦੇ ਮਗਰ ਤੁਰ ਪਈ। ਕੁਝ ਸਮੇਂ ਵਿੱਚ ਉਹ ਉਸ ਥਾਂ 'ਤੇ ਪਹੁੰਚ ਗਿਆ ਜਿੱਥੇ ਉਹ ਕੰਮ ਕਰਦਾ ਸੀ। ਮੈਂ ਵੀ ਉਸ ਦੇ ਮਗਰ ਲੱਗ ਗਈ। ਮੈਂ ਮਾਸਕ ਨਾਲ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਛੁਪਾ ਲਿਆ ਸੀ ਅਤੇ ਕਾਫੀ ਦੂਰੀ 'ਤੇ ਉਸ ਦਾ ਪਿੱਛਾ ਕਰ ਰਹੀ ਸੀ। ਰਵੀ ਇੱਕ ਵੱਡੀ ਬਿਲਡਿੰਗ ਵਿੱਚ ਵੜ ਗਿਆ। ਉਹ ਇਮਾਰਤ ਇੱਕ ਸੁਨਸਾਨ ਖੇਤਰ ਵਿੱਚ ਸੀ ਅਤੇ ਉੱਥੇ ਜ਼ਿਆਦਾਤਰ ਅੱਧੀ ਅਧੂਰੀਆਂ ਇਮਾਰਤਾਂ ਸਨ। ਜਿਨ੍ਹਾਂ ਵਿੱਚ ਉਹ ਦਾਖਲ ਹੋਇਆ ਸੀ ਉਹ ਵੀ ਅੱਧੀ ਅਧੂਰੀ ਇਮਾਰਤ ਸੀ। ਸ਼ਾਇਦ ਉਹ ਇੱਥੇ ਕੰਪਨੀ ਦੇ ਕਿਸੇ ਕੰਮ ਲਈ ਆਇਆ ਸੀ। ਮੈਂ ਵੀ ਉਹਨਾਂ ਦੇ ਪਿੱਛੇ ਪਿੱਛੇ ਜਾ ਰਹੀ ਸੀ। ਪਰ ਹੈਰਾਨੀ ਦੀ ਗੱਲ ਇਹ ਸੀ ਕਿ ਜਗ੍ਹਾ ਖਾਲੀ ਸੀ ਅਤੇ ਮੈਨੂੰ ਅੰਦਰ ਜਾਣ ਤੋਂ ਰੋਕਣ ਵਾਲਾ ਕੋਈ ਨਹੀਂ ਸੀ। ਮੈਂ ਰਵੀ ਨੂੰ ਆਪਣੀ ਮੌਜੂਦਗੀ ਦਾ ਬਿਲਕੁਲ ਵੀ ਅਹਿਸਾਸ ਨਹੀਂ ਹੋਣ ਦਿੱਤਾ ਅਤੇ ਫਿਰ ਰਵੀ ਪੌੜੀਆਂ ਉੱਤਰ ਕੇ ਬੇਸਮੈਂਟ ਵਿੱਚ ਪਹੁੰਚ ਗਿਆ। ਮੈਂ ਵੀ ਡਰਦੀ ਡਰਦੀ ਉਸ ਦੇ ਪਿੱਛੇ ਪਿੱਛੇ ਪੌੜੀਆਂ ਉਤਰਨ ਲੱਗੀ ਤੇ ਅੰਦਰ ਦਾ ਨਜ਼ਾਰਾ ਦੇਖ ਕੇ ਮੇਰੀ ਜਾਨ ਨਿਕਲ ਗਈ। ਉੱਥੇ ਇੱਕ ਬਹੁਤ ਵੱਡਾ ਟੋਇਆ ਸੀ। ਉੱਥੇ ਬਹੁਤ ਸਾਰੀਆਂ ਕੁੜੀਆਂ ਅਤੇ ਮਰਦਾਂ ਨੂੰ ਬੰਨ੍ਹਿਆ ਹੋਇਆ ਸੀ। ਉਹਨਾਂ ਦੇ ਹੱਥ ਪੈਰ ਰੱਸੀਆਂ ਨਾਲ ਬੰਨ੍ਹੇ ਹੋਏ ਸਨ ਅਤੇ ਕਈਆਂ ਦੇ ਮੂੰਹ ਵਿੱਚ ਕੱਪੜੇ ਵੀ ਪਾਏ ਹੋਏ ਸਨ। ਰਵੀ ਨੇ ਇੱਕ ਆਦਮੀ ਦੇ ਹੱਥ ਖੋਲ੍ਹ ਕੇ ਪਾਣੀ ਦਾ ਗਿਲਾਸ ਉਸ ਦੇ ਸਾਹਮਣੇ ਰੱਖਿਆ, ਪਰ ਉਸ ਵਿਅਕਤੀ ਨੇ ਪਾਣੀ ਪੀਣ ਦੀ ਬਜਾਏ ਰਵੀ 'ਤੇ ਚੀਕਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਸਾਡੇ ਸਾਰਿਆਂ ਨਾਲ ਧੋਖਾ ਕੀਤਾ ਹੈ। ਪਰ ਰਵੀ ਚੁੱਪ ਰਿਹਾ ਅਤੇ ਰਵੀ ਖੁਦ ਪਾਣੀ ਪਿਲਾਉਣ ਲਈ ਉਸ ਦੇ ਨੇੜੇ ਗਿਆ ਤਾਂ ਉਸਨੇ ਤੁਰੰਤ ਉਸ ਦੇ ਮੂੰਹ 'ਤੇ ਥੱਪੜ ਮਾਰ ਦਿੱਤਾ। ਰਵੀ ਉਸ ਨਾਲ ਦੁਰਵਿਵਹਾਰ ਕਰ ਰਿਹਾ ਸੀ ਅਤੇ ਮੈਨੂੰ ਆਪਣੀਆਂ ਅੱਖਾਂ 'ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਮੇਰਾ ਪਤੀ ਅਜਿਹਾ ਕਰ ਰਿਹਾ ਹੈ। ਉਸਨੇ ਬੰਨੇ ਹੋਏ ਸਾਰੇ ਬੰਦਿਆਂ ਨੂੰ ਪਾਣੀ ਦੇਣ ਦੀ ਕੋਸ਼ਿਸ਼ ਕੀਤੀ, ਪਰ ਪਾਣੀ ਪੀਣ ਦੀ ਬਜਾਏ ਉਹਨਾਂ ਸਾਰਿਆਂ ਨੇ ਰਵੀ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਰਵੀ ਦੀਆਂ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਉਹਨਾਂ ਸਾਰਿਆਂ ਨੇ ਰਵੀ ਦੇ ਮੂੰਹ 'ਤੇ ਨੋਹਾਂ ਨਾਲ ਹਮਲਾ ਕੀਤਾ, ਜਿਸ ਕਾਰਨ ਰਵੀ ਦੇ ਮੂੰਹ 'ਤੇ ਤਾਜ਼ੇ ਜ਼ਖਮ ਹੁੰਦੇ ਸਨ। ਸਾਰੇ ਬੰਨੇ ਹੋਏ ਬੰਦਿਆਂ 'ਤੇ ਨਜ਼ਰ ਰੱਖਣ ਲਈ ਹਾਲ ਵਿੱਚ ਪਹਿਲਾਂ ਹੀ ਇੱਕ ਆਦਮੀ ਅਤੇ 2 ਔਰਤਾਂ ਮੌਜੂਦ ਸਨ, ਜਿਨ੍ਹਾਂ ਨੂੰ ਸ਼ਾਇਦ ਬੰਨੇ ਹੋਏ ਆਦਮੀਆਂ 'ਤੇ ਨਜ਼ਰ ਰੱਖਣ ਲਈ ਰੱਖਿਆ ਗਿਆ ਸੀ। ਉਸ ਵਿਅਕਤੀ ਕੋਲੋਂ ਰਵੀ ਨੇ ਹਾਲ ਚਾਲ ਬਾਰੇ ਪੁੱਛਿਆ ਕਿ ਰਾਤ ਨੂੰ ਉਹਨਾਂ ਦੇ ਪਿੱਛੇ ਕੋਈ ਹੰਗਾਮਾ ਹੋਇਆ ਸੀ। ਉਹ ਵਿਅਕਤੀ ਰਵੀ ਨੂੰ ਕਹਿ ਰਿਹਾ ਸੀ ਕਿ ਸਾਰੀ ਰਾਤ ਇੱਥੇ ਕੋਈ ਨਹੀਂ ਆਇਆ ਅਤੇ ਵੈਸੇ ਵੀ ਇਸ ਉਜਾੜ ਵਿੱਚ ਇਮਾਰਤ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਤੋਂ ਇਲਾਵਾ ਇੱਥੇ ਕੋਈ ਨਹੀਂ ਆਉਂਦਾ। ਰਵੀ ਕਹਿ ਰਿਹਾ ਸੀ ਕਿ ਜਦੋਂ ਤੱਕ ਅਸੀਂ ਉਹਨਾਂ ਨੂੰ ਅੱਗੇ ਨਹੀਂ ਭੇਜਦੇ, ਉਹਨਾਂ ਬੰਦਿਆਂ ਨੂੰ ਇੱਕ ਇੱਕ ਕਰਕੇ ਇੱਥੋਂ ਬਾਹਰ ਕੱਢਣਾ ਹੋਵੇਗਾ। ਇਹਨਾਂ ਸਾਰੇ ਬੰਦਿਆਂ ਦਾ ਜਿਉਣਾ ਬਹੁਤ ਜ਼ਰੂਰੀ ਹੈ, ਇਸ ਲਈ ਇਹਨਾਂ ਨੂੰ ਪਾਣੀ ਦਿੰਦੇ ਰਹੋ। ਰਵੀ ਨੇ ਉੱਥੇ ਮੌਜੂਦ ਪਹਿਲੇ ਆਦਮੀ ਵੱਲ ਇਸ਼ਾਰਾ ਕੀਤਾ, ਇਸ ਲਈ ਉਸਨੇ ਬੰਨੇ ਹੋਏ ਵਿਅਕਤੀ ਦੇ ਕੱਪੜੇ ਉਤਾਰ ਕੇ ਰਵੀ ਨੂੰ ਦੇ ਦਿੱਤੇ, ਜਿਸ ਨੂੰ ਉਸਨੇ ਆਪਣੇ ਥੈਲੇ ਵਿੱਚ ਪਾ ਲਿਆ ਅਤੇ ਆਦਮੀ ਨੂੰ ਹੋਰ ਕੱਪੜੇ ਪਹਿਨਾਏ ਜੋ ਇੱਕ ਮਜ਼ਦੂਰ ਦੇ ਕੱਪੜੇ ਸਨ। ਫਿਰ ਰਵੀ ਦੇ ਕਹਿਣ 'ਤੇ ਇੱਕ ਔਰਤ ਉਸ ਨੂੰ ਲੜਕੀਆਂ ਦੇ ਕਮਰੇ ਲੈ ਗਈ ਅਤੇ ਉਹਨਾਂ ਦੇ ਕੱਪੜੇ ਵੀ ਬਦਲ ਦਿੱਤੇ ਗਏ। ਇਸ ਤੋਂ ਬਾਅਦ ਰਵੀ ਨੇ ਆਪਣੇ ਆਦਮੀ ਨਾਲ ਮਿਲ ਕੇ ਲੇਬਰ ਦੇ ਕੱਪੜੇ ਪਾਏ ਹੋਏ ਸਾਰੇ ਮਰਦ ਔਰਤਾਂ ਨੂੰ ਬੇਹੋਸ਼ ਕਰ ਦਿੱਤਾ। ਫਿਰ ਉਹਨਾਂ ਨੂੰ ਚੁੱਕ ਕੇ ਉੱਪਰ ਲਿਆ ਰਹੇ ਸਨ ਅਤੇ ਮੈਂ ਤੇਜ਼ੀ ਨਾਲ ਬਾਹਰ ਵੱਲ ਭੱਜੀ। ਮੈਂ ਡਰ ਨਾਲ ਕੰਬ ਰਹੀ ਸੀ। ਜਿਵੇਂ ਹੀ ਮੈਂ ਬਾਹਰ ਆਈ, ਮੈਂ ਇੱਕ ਖੰਭੇ ਦੇ ਪਿੱਛੇ ਲੁਕ ਗਈ। ਉੱਥੇ ਉਹਨਾਂ ਸਾਰਿਆਂ ਨੂੰ ਕਾਰ ਵਿੱਚ ਬਿਠਾ ਦਿੱਤਾ ਅਤੇ ਕਿਤੇ ਲੈ ਗਏ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਨੂੰ ਅੱਗੇ ਕੀ ਕਰਨਾ ਚਾਹੀਦਾ ਹੈ। ਮੈਨੂੰ ਨਹੀਂ ਪਤਾ ਸੀ ਇਹ ਸਾਰੇ ਕੌਣ ਸਨ ਅਤੇ ਉਹਨਾਂ ਨੂੰ ਕਿਉਂ ਬੰਨ੍ਹਿਆ ਸੀ ਅਤੇ ਮੇਰੇ ਪਤੀ ਉਹਨਾਂ ਨੂੰ ਬੇਹੋਸ਼ ਕਰਨ ਤੋਂ ਬਾਅਦ ਕਿੱਥੇ ਲੈ ਗਏ ਸਨ। ਮੈਂ ਥੱਕੇ ਕਦਮਾਂ ਨਾਲ ਘਰ ਵਾਪਸ ਆਈ। ਮੇਰੇ ਵਿੱਚ ਦੁਬਾਰਾ ਉਸ ਜਗ੍ਹਾ 'ਤੇ ਜਾਣ ਦੀ ਹਿੰਮਤ ਨਹੀਂ ਸੀ ਅਤੇ ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਉੱਥੇ ਕੋਈ ਹੋਰ ਵੀ ਹੈ ਜਿਸ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਸੀ।
ਪਰ ਆ ਕੇ ਸਾਰਾ ਦਿਨ ਮੈਂ ਡਰੀ ਬੈਠੀ ਰਹੀ। ਮੈਨੂੰ ਇੰਨਾ ਪਤਾ ਸੀ ਕਿ ਮੇਰਾ ਪਤੀ ਕਿਸੇ ਸਟੀਲ ਕੰਪਨੀ ਵਿੱਚ ਕੰਮ ਨਹੀਂ ਕਰਦਾ, ਪਰ ਉਹ ਕੋਈ ਹੋਰ ਕੰਮ ਕਰਦਾ ਹੈ। ਪਰ ਜੋ ਕੁਝ ਮੈਨੂੰ ਸਮਝ ਆ ਰਿਹਾ ਸੀ, ਮੈਂ ਚਾਹੁੰਦੇ ਹੋਏ ਵੀ ਉਸ 'ਤੇ ਸਮਝਣਾ ਨਹੀਂ ਚਾਹੁੰਦੀ ਸੀ। ਜਦੋਂ ਰਵੀ ਰਾਤ ਨੂੰ ਘਰ ਵਾਪਸ ਆਇਆ ਤਾਂ ਉਸ ਦੇ ਚਿਹਰੇ 'ਤੇ ਆਮ ਵਾਂਗ ਨਿਸ਼ਾਨ ਸਨ, ਅਤੇ ਅੱਜ ਮੈਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਨਿਸ਼ਾਨ ਕਿਵੇਂ ਬਣਦੇ ਹਨ। ਉਸਨੇ ਆਪਣਾ ਬੈਗ ਇੱਕ ਕੋਨੇ ਵਿੱਚ ਰੱਖਿਆ ਅਤੇ ਫਰੈਸ਼ ਹੋਣ ਲਈ ਚਲਾ ਗਿਆ। ਅੱਜ ਵੀ ਉਸਦੇ ਬੈਗ ਵਿੱਚ ਫਟੇ ਹੋਏ ਕੱਪੜੇ ਸਨ ਅਤੇ ਮੈਨੂੰ ਨਹੀਂ ਪਤਾ ਸੀ ਕਿ ਕਿਸ ਦੇ ਸਨ। ਜਦੋਂ ਰਵੀ ਫਰੈਸ਼ ਹੋ ਕੇ ਬਾਹਰ ਆਇਆ ਤਾਂ ਉਸਨੇ ਮੇਰੇ ਚਿਹਰੇ ਵੱਲ ਦੇਖ ਕੇ ਪੁੱਛਿਆ, ਮਹਿਮਾ, ਤੇਰੀ ਤਬੀਅਤ ਠੀਕ ਨਹੀਂ ਹੈ, ਅੱਜ ਇੰਨੀ ਮੁਰਝਾਈ ਹੋਈ ਕਿਉਂ ਲੱਗ ਰਹੀ ਹੈ? ਅੱਜ ਮੈਂ ਫਿਰ ਰਵੀ ਤੋਂ ਪੁੱਛਿਆ ਕਿ ਤੇਰੇ ਚਿਹਰੇ 'ਤੇ ਇਹ ਕਿਹੋ ਜਿਹੇ ਨਿਸ਼ਾਨ ਹਨ? ਤਾਂ ਉਹ ਹੱਸਿਆ ਅਤੇ ਕਿਹਾ ਕਿ ਤੁਸੀਂ ਇੰਨਾ ਸ਼ੱਕ ਕਿਉਂ ਕਰਦੇ ਹੋ? ਕੰਮ ਦੇ ਵਿੱਚ ਕੁਝ ਨਾ ਕੁਝ ਵੱਜ ਹੀ ਜਾਂਦਾ ਹੈ। ਮੈਂ ਉਸ ਵੱਲ ਅਜੀਬ ਨਜ਼ਰਾਂ ਨਾਲ ਦੇਖਣ ਲੱਗੀ ਅਤੇ ਉਸ ਨੂੰ ਅਹਿਸਾਸ ਹੋ ਗਿਆ ਕਿ ਕੁਝ ਨਾ ਕੁਝ ਮੈਨੂੰ ਪਰੇਸ਼ਾਨ ਕਰ ਰਿਹਾ ਸੀ। ਉਸਨੇ ਮੈਨੂੰ ਆਪਣੇ ਕੋਲ ਬਿਠਾ ਕੇ ਪੁੱਛਿਆ, ਮਹਿਮਾ, ਕੀ ਗੱਲ ਹੈ? ਤੁਹਾਨੂੰ ਕੀ ਪਰੇਸ਼ਾਨ ਕਰ ਰਿਹਾ ਹੈ? ਰਵੀ ਦੀ ਗੱਲ ਸੁਣ ਕੇ ਇੱਕਦਮ ਰੁਕ ਗਈ ਅਤੇ ਨਾ ਚਾਹੁੰਦੇ ਹੋਏ ਵੀ ਉਸ ਨੂੰ ਕਿਹਾ, ਮੈਨੂੰ ਤੁਹਾਡੀ ਸੱਚਾਈ ਪਤਾ ਲੱਗ ਗਈ ਹੈ ਕਿ ਤੁਸੀਂ ਕੀ ਕੰਮ ਕਰਦੇ ਹੋ। ਮੇਰੀ ਗੱਲ ਸੁਣ ਕੇ ਉਹ ਥੋੜ੍ਹੀ ਦੇਰ ਲਈ ਦੰਗ ਰਹਿ ਗਿਆ। ਉਸ ਦੇ ਬਾਅਦ ਜੋ ਉਹਨਾਂ ਨੇ ਮੈਨੂੰ ਦੱਸਿਆ, ਉਹ ਸੁਣ ਕੇ ਮੇਰੀ ਪੂਰੀ ਰੂਹ ਕੰਬ ਗਈ। ਰਵੀ ਨੇ ਦੱਸਿਆ, ਉਹ ਕਈ ਸਾਲ ਪਹਿਲਾਂ ਗੈਰ ਕਾਨੂੰਨੀ ਢੰਗ ਨਾਲ ਫਰਾਂਸ ਆਇਆ ਸੀ ਅਤੇ ਇੱਥੇ ਆ ਕੇ ਉਹ ਇੱਕ ਅਜਿਹੇ ਗਿਰੋਹ ਦੇ ਹੱਥ ਲੱਗ ਗਿਆ ਜੋ ਪਾਕਿਸਤਾਨ, ਨੇਪਾਲ, ਭੂਟਾਨ ਅਤੇ ਹੋਰ ਦੇਸ਼ਾਂ ਦੇ ਲੋਕਾਂ ਨੂੰ ਕੰਮ ਦਾ ਲਾਲਚ ਦੇ ਕੇ ਗੈਰ ਕਾਨੂੰਨੀ ਢੰਗ ਨਾਲ ਕੰਮ ਲਈ ਲਿਆਉਂਦੇ ਸਨ ਅਤੇ ਫਿਰ ਗੈਰ ਕਾਨੂੰਨੀ ਕੰਮ ਲਈ ਵਰਤਦੇ ਸਨ। ਕਈ ਸਾਲਾਂ ਤੱਕ ਉਹ ਰਵੀ ਤੋਂ ਨਾਜਾਇਜ਼ ਕੰਮ ਕਰਵਾਉਣ ਲਈ ਮਜਬੂਰ ਕਰਦੇ ਰਹੇ, ਕਦੇ ਨਸ਼ਾ ਵਿਕਾਉਂਦੇ, ਕਦੇ ਕੁੜੀਆਂ। ਰਵੀ ਨੂੰ ਇਸ ਕੰਮ ਲਈ ਤਨਖਾਹ ਵੀ ਮਿਲਦੀ ਸੀ ਜਿਸ ਨੂੰ ਉਹ ਘਰੇ ਭੇਜ ਦਿੰਦਾ ਸੀ। ਇਸੇ ਤਰ੍ਹਾਂ ਗੈਰ ਕਾਨੂੰਨੀ ਕੰਮਾਂ ਵਿੱਚ ਫਸ ਗਿਆ ਸੀ, ਪਰ ਹੁਣ ਉਹ ਸਭ ਕੁਝ ਆਪਣੀ ਮਰਜ਼ੀ ਨਾਲ ਨਹੀਂ ਕਰ ਰਿਹਾ ਸੀ। ਅਤੇ ਇੱਕ ਦਿਨ ਜਦੋਂ ਉਸ ਨੂੰ ਭੱਜਣ ਦਾ ਮੌਕਾ ਮਿਲਿਆ ਤਾਂ ਉਹ ਵਾਪਸ ਭਾਰਤ ਭੱਜ ਗਿਆ। ਰਵੀ ਨੂੰ ਪਤਾ ਲੱਗਾ ਕਿ ਉਸ ਦੇ ਪਰਿਵਾਰਕ ਮੈਂਬਰਾਂ ਨੇ ਪੁਰਾਣੇ ਮਕਾਨ ਨੂੰ ਢਾਹ ਕੇ ਨਵਾਂ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਉਹ ਸਾਰੇ ਇੱਕ ਅਜਿਹੀ ਜ਼ਿੰਦਗੀ ਜੀਣ ਲੱਗੇ ਜੋ ਰਵੀ ਦੇ ਪੈਸੇ ਕਾਰਨ ਸੀ। ਅਤੇ ਜਦੋਂ ਰਵੀ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਕਿ ਉਹ ਹਮੇਸ਼ਾ ਲਈ ਵਾਪਸ ਆ ਗਿਆ ਹੈ ਤਾਂ ਉਹ ਬਹੁਤ ਗੁੱਸੇ ਵਿੱਚ ਸਨ। ਉਸ ਦੇ ਮਾਪੇ ਵੀ ਚਾਹੁੰਦੇ ਸਨ ਕਿ ਉਹ ਫਰਾਂਸ ਵਾਪਸ ਜਾ ਕੇ ਨੌਕਰੀ ਜਾਰੀ ਰੱਖੇ। ਰਵੀ ਦੇ ਵੱਡੇ ਭਰਾ ਨੇ ਰਵੀ ਦੇ ਪੈਸਿਆਂ ਨਾਲ ਆਪਣੇ ਲਈ ਕਾਰੋਬਾਰ ਸਥਾਪਿਤ ਕਰ ਲਿਆ ਸੀ ਅਤੇ ਉਸਨੇ ਆਪਣੇ ਬੁੱਢੇ ਮਾਤਾ ਪਿਤਾ ਨੂੰ ਛੱਡ ਕੇ ਆਪਣੀ ਵੱਖਰੀ ਦੁਨੀਆ ਵਸਾ ਲਈ ਸੀ। ਰਵੀ ਦੀ ਭੈਣ ਸੋਨਮ ਦੀ ਜ਼ਿੰਮੇਵਾਰੀ ਰਵੀ ਦੇ ਸਿਰ 'ਤੇ ਆ ਪਈ ਸੀ। ਜਿਵੇਂ ਹੀ ਰਵੀ ਨੂੰ ਮਾਂ ਦੇ ਕੈਂਸਰ ਦਾ ਪਤਾ ਲੱਗਾ, ਉਹ ਫਰਾਂਸ ਵਾਪਸ ਜਾਣ ਦਾ ਫੈਸਲਾ ਕਰਨ ਲਈ ਮਜਬੂਰ ਹੋ ਗਿਆ ਅਤੇ ਦੁਬਾਰਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਪਰ ਦੂਸਰੀ ਵਾਰ ਉਸਨੇ ਇੱਥੇ ਆ ਕੇ ਇੱਕ ਗੋਦਾਮ ਵਿੱਚ ਨੌਕਰੀ ਕਰ ਲਈ, ਪਰ ਉਸ ਨੌਕਰੀ ਵਿੱਚ ਉਨੇ ਪੈਸੇ ਨਹੀਂ ਮਿਲਦੇ ਸਨ ਜਿੰਨੇ ਉਸ ਨੂੰ ਆਪਣੀ ਪੁਰਾਣੀ ਨੌਕਰੀ ਤੋਂ ਮਿਲਦੇ ਸਨ। ਹੁਣ ਉਸ ਦੇ ਪਰਿਵਾਰ ਨੂੰ ਉਸ ਦੇ ਪੈਸਿਆਂ ਦੀ ਆਦਤ ਪੈ ਗਈ ਸੀ ਅਤੇ ਉਸ ਦੀ ਮਾਂ ਦੇ ਇਲਾਜ ਲਈ ਵੀ ਕਾਫੀ ਪੈਸੇ ਦੀ ਲੋੜ ਸੀ। ਇੱਕ ਦਿਨ ਗੋਦਾਮ ਵਿੱਚ ਉਸ ਨੂੰ ਉਹੀ ਆਦਮੀ ਮਿਲਿਆ ਜਿਸ ਨਾਲ ਉਹ ਪਹਿਲਾਂ ਕੰਮ ਕਰਦਾ ਸੀ। ਉਸਨੇ ਰਵੀ ਨੂੰ ਦੁਬਾਰਾ ਉਸ ਨਾਲ ਕੰਮ ਕਰਨ ਲਈ ਕਿਹਾ। ਰਵੀ ਨੇ ਜਲਦੀ ਹੀ ਉਸ ਦੀ ਬੇਨਤੀ ਮੰਨ ਲਈ ਅਤੇ ਦੁਬਾਰਾ ਗੈਰ ਕਾਨੂੰਨੀ ਗਤੀਵਿਧੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਲੋਕਾਂ ਨੂੰ ਜਾਣਬੁੱਝ ਕੇ ਨੌਕਰੀ ਦੇ ਬਹਾਨੇ ਦੂਜੇ ਦੇਸ਼ਾਂ ਤੋਂ ਬੁਲਾ ਕੇ ਇੱਥੇ ਲਿਆ ਕੇ ਜੇਲ੍ਹਾਂ ਵਿੱਚ ਡੱਕਿਆ ਜਾਂਦਾ ਸੀ। ਰਵੀ ਦਾ ਕੰਮ ਬੰਦਿਆਂ ਦੀ ਨਿਗਰਾਨੀ ਕਰਨਾ ਅਤੇ ਉਹਨਾਂ ਨੂੰ ਇੱਕ ਇੱਕ ਕਰਕੇ ਲੋਕਾਂ ਕੋਲ ਲੈ ਜਾਣਾ ਸੀ। ਇਹ ਕੰਮ ਪੂਰੀ ਤਰ੍ਹਾਂ ਗੈਰ ਕਾਨੂੰਨੀ ਸੀ ਅਤੇ ਜਿੱਥੇ ਬੰਦਿਆਂ ਨੂੰ ਰੱਖਿਆ ਜਾਂਦਾ ਸੀ ਉਹ ਇਲਾਕਾ ਪੂਰੀ ਤਰ੍ਹਾਂ ਸੁੰਨਸਾਨ ਸੀ ਅਤੇ ਉੱਥੇ ਕੋਈ ਨਹੀਂ ਆਉਂਦਾ ਜਾਂਦਾ ਸੀ। ਇਹ ਕੰਮ ਬੜੀ ਹੀ ਸਮਝਦਾਰੀ ਨਾਲ ਕੀਤਾ ਜਾ ਰਿਹਾ ਸੀ। ਰਵੀ ਵੀ ਇੱਕ ਗੋਦਾਮ ਵਿੱਚ ਪਾਰਟ ਟਾਈਮ ਕੰਮ ਕਰ ਰਿਹਾ ਸੀ ਅਤੇ ਇਹ ਨੌਕਰੀ ਪੂਰੀ ਤਰ੍ਹਾਂ ਕਾਨੂੰਨੀ ਸੀ, ਜਿਸ ਕਰਕੇ ਉਹ ਇੱਥੇ ਰਹਿ ਰਹੇ ਸਨ। ਅਤੇ ਉਸਨੇ ਕਿਹਾ ਕਿ ਉਸਨੇ ਆਪਣੀ ਮਾਂ ਦਾ ਇਲਾਜ ਕਰਵਾਇਆ, ਪਰ ਕੁਦਰਤ ਨੇ ਉਸਦੇ ਮਾਪਿਆਂ ਦੀ ਜ਼ਿੰਦਗੀ ਦਾ ਫੈਸਲਾ ਪਹਿਲਾਂ ਹੀ ਕਰ ਦਿੱਤਾ ਸੀ। ਇਲਾਜ ਦੇ ਬਾਵਜੂਦ ਉਸ ਦੀ ਮਾਤਾ ਦੀ ਮੌਤ ਹੋ ਗਈ। ਫਿਰ ਕੁਝ ਦਿਨਾਂ ਵਿੱਚ ਹੀ ਉਸ ਦੇ ਪਿਤਾ ਦਾ ਵੀ ਦੇਹਾਂਤ ਹੋ ਗਿਆ। ਰਵੀ ਨੇ ਸੋਚਿਆ ਕਿ ਆਪਣੀ ਮਾਂ ਦੇ ਇਲਾਜ ਤੋਂ ਬਾਅਦ ਉਹ ਦੁਬਾਰਾ ਭਾਰਤ ਚਲਾ ਜਾਵੇਗਾ, ਪਰ ਹੁਣ ਭਾਰਤ ਜਾਣ ਦਾ ਕੋਈ ਕਾਰਨ ਨਹੀਂ ਬਚਿਆ ਸੀ। ਉਸਨੇ ਆਪਣੀ ਭੈਣ ਦਾ ਵੀ ਵਿਆਹ ਕਰਵਾ ਦਿੱਤਾ ਸੀ। ਇਸ ਲਈ ਰਵੀ ਨੇ ਫਰਾਂਸ ਨਹੀਂ ਛੱਡਿਆ ਅਤੇ ਆਪਣਾ ਕੰਮ ਜਾਰੀ ਰੱਖਿਆ। ਪਰ ਸੋਨਮ ਮੈਡਮ ਨੂੰ ਉਸ ਨੂੰ ਹੁਣ ਇਕੱਲੇ ਜ਼ਿੰਦਗੀ ਜੀਣ ਨਹੀਂ ਦੇ ਸਕਦੀ ਸੀ, ਇਸ ਲਈ ਉਹ ਉਸ ਦੇ ਪਿੱਛੇ ਪੈ ਗਈ ਅਤੇ ਉਸ ਦਾ ਵਿਆਹ ਕਰਵਾ ਦਿੱਤਾ। ਸੋਨਮ ਮੈਡਮ ਨੇ ਖੁਦ ਮੈਨੂੰ ਰਵੀ ਲਈ ਪਸੰਦ ਕੀਤਾ ਸੀ। ਰਵੀ ਕਹਿੰਦਾ ਸੀ ਕਿ ਪਰਦੇਸ ਵਿੱਚ ਆ ਕੇ ਪੈਸਾ ਕਮਾਉਣਾ ਬਹੁਤ ਔਖਾ ਕੰਮ ਹੈ, ਪਰ ਇੱਕ ਪਰਦੇਸੀ ਦੇ ਪਰਿਵਾਰ ਵਾਲੇ ਇਸ ਗੱਲ ਨੂੰ ਬਿਲਕੁਲ ਨਹੀਂ ਸਮਝਦੇ ਅਤੇ ਜਦੋਂ ਕਿਸੇ ਦੇ ਪਰਿਵਾਰ ਵਿੱਚੋਂ ਕੋਈ ਪੁੱਤਰ ਜਾਂ ਭਰਾ ਪਰਦੇਸ ਵਿੱਚ ਚਲਾ ਜਾਂਦਾ ਹੈ ਤਾਂ ਉਸ ਦੇ ਪਰਿਵਾਰ ਦੇ ਜੀਅ
ਇੱਕ ਚੰਗੀ ਜ਼ਿੰਦਗੀ ਗੁਜ਼ਾਰਨ ਲੱਗ ਜਾਂਦੇ ਹਨ, ਪਰ ਪਰਦੇਸੀ ਆਦਮੀ ਦੀ ਸਾਰੀ ਜ਼ਿੰਦਗੀ ਉੱਥੇ ਹੀ ਖਤਮ ਹੋ ਜਾਂਦੀ ਹੈ। ਰਵੀ ਨਾਲ ਵੀ ਅਜਿਹਾ ਹੀ ਹੋਇਆ। ਕਹਾਣੀ ਦਾ ਆਪਣਾ ਹਿੱਸਾ ਸੁਣਾ ਕੇ ਰਵੀ ਚੁੱਪ ਹੋ ਗਿਆ ਅਤੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ। ਇਸ ਬਾਰੇ ਸੋਚਦਿਆਂ ਹੀ ਮੈਂ ਕੰਬ ਗਈ ਸੀ ਕਿ ਮੇਰਾ ਪਤੀ ਅਜਿਹੀਆਂ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਸੀ। ਮੈਂ ਬੇਸ਼ੱਕ ਇੱਕ ਗਰੀਬ ਪਰਿਵਾਰ ਤੋਂ ਸੀ, ਪਰ ਮੈਂ ਆਪਣੇ ਪਿਤਾ ਨੂੰ ਸਾਰੀ ਉਮਰ ਸਖਤ ਮਿਹਨਤ ਕਰਦੇ ਦੇਖਿਆ ਸੀ ਅਤੇ ਉਹ ਪੈਸੇ ਨਾਲ ਹੀ ਸਾਡਾ ਪਾਲਣ ਪੋਸ਼ਣ ਹੋਇਆ ਸੀ। ਅਤੇ ਮੈਂ ਨਹੀਂ ਚਾਹੁੰਦੀ ਸੀ ਕਿ ਮੇਰਾ ਪਤੀ ਇਸ ਤਰ੍ਹਾਂ ਦਾ ਕੋਈ ਗੈਰ ਕਾਨੂੰਨੀ ਕੰਮ ਕਰੇ, ਸਾਨੂੰ ਖਵਾਵੇ ਅਤੇ ਆਪਣੇ ਬੱਚਿਆਂ ਦੀ ਪਰਵਰਿਸ਼ ਅਜਿਹਾ ਕਰਨ ਦੀ ਇਜਾਜ਼ਤ ਕਰੇ। ਮੈਂ ਤੁਹਾਨੂੰ ਕਦੇ ਅਜਿਹਾ ਨਹੀਂ ਕਰਨ ਦੇਵਾਂਗੀ। ਅਸੀਂ ਭਾਰਤ ਵਾਪਸ ਜਾਵਾਂਗੇ। ਉੱਥੇ ਜਾ ਕੇ ਤੁਸੀਂ ਕੋਈ ਵੀ ਨੌਕਰੀ ਕਰ ਸਕਦੇ ਹੋ। ਆਪਣੀ ਪੂਰੀ ਜ਼ਿੰਦਗੀ ਵਿੱਚ ਕਦੇ ਵੀ ਤੁਹਾਡੇ ਨਾਲ ਕੋਈ ਗੁੱਸਾ ਨਹੀਂ ਰੱਖਾਂਗੀ, ਪਰ ਮੈਂ ਕਦੇ ਨਹੀਂ ਚਾਹਾਂਗੀ ਕਿ ਸਾਡੇ ਬੱਚੇ ਗਲਤ ਕੰਮਾਂ ਰਾਹੀਂ ਕਮਾਏ ਹੋਏ ਪੈਸੇ ਵਰਤ ਕੇ ਜਵਾਨ ਹੋਣ। ਮੇਰੀ ਗੱਲ ਸੁਣ ਕੇ ਰਵੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਰਵੀ ਨੇ ਕਿਹਾ ਕਿ ਉਸ ਨੂੰ ਬਿਲਕੁਲ ਵੀ ਯਕੀਨ ਨਹੀਂ ਸੀ ਕਿ ਮੈਂ ਉਸ ਨੂੰ ਇਸ ਤਰ੍ਹਾਂ ਵਾਪਸ ਜਾਣ ਲਈ ਕਹਾਂਗੀ। ਰਵੀ ਕਹਿ ਰਿਹਾ ਸੀ ਕਿ ਉਹ ਕਿਸੇ ਨਾ ਕਿਸੇ ਬਹਾਨੇ ਇੱਥੋਂ ਜਾਣ ਲਈ ਤਿਆਰ ਹੈ, ਬਸ ਕੁਝ ਸਮਾਂ ਉਡੀਕ ਕਰਨੀ ਪਵੇਗੀ, ਫਿਰ ਅਸੀਂ ਆਪਣੇ ਦੇਸ਼ ਵਾਪਸ ਚਲੇ ਜਾਵਾਂਗੇ। ਇਸ ਤੋਂ ਬਾਅਦ ਉਸਨੇ ਆਪਣੇ ਬੈਗ ਵਿੱਚੋਂ ਕੱਪੜੇ ਕੱਢੇ, ਉਹਨਾਂ ਦੇ ਛੋਟੇ-ਛੋਟੇ ਟੁਕੜੇ ਕੀਤੇ, ਉਹਨਾਂ ਨੂੰ ਕੁੜੀ ਵਿੱਚ ਸੁੱਟ ਦਿੱਤਾ। 1 ਮਹੀਨੇ ਬਾਅਦ ਅਸੀਂ ਸਭ ਕੁਝ ਛੱਡ ਕੇ ਭਾਰਤ ਵਾਪਸ ਆ ਗਏ। ਇੱਥੇ ਇੱਕ ਮੁਸ਼ਕਲ ਜੀਵਨ ਸਾਡਾ ਇੰਤਜ਼ਾਰ ਕਰ ਰਿਹਾ ਸੀ, ਪਰ ਮੈਨੂੰ ਇਸ ਗੱਲ ਦੀ ਤਸੱਲੀ ਸੀ ਕਿ ਰਵੀ ਹੁਣ ਗਲਤ ਰਸਤੇ ਦਾ ਮੁਸਾਫਰ ਨਹੀਂ ਰਿਹਾ। ਅਸੀਂ ਸਿਰਫ ਕੁਝ ਪੈਸਿਆਂ ਦੀ ਖਾਤਰ ਆਪਣੇ ਪਿਆਰਿਆਂ ਨੂੰ ਵਿਦੇਸ਼ ਭੇਜ ਦਿੰਦੇ ਹਾਂ, ਪਰ ਪਤਾ ਨਹੀਂ ਸਾਡੇ ਅਜ਼ੀਜ਼ ਉੱਥੇ ਦਿਨ ਰਾਤ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਨਾਲ ਲੜਦੇ ਹਨ। ਇਸ ਲਈ ਆਪਣੇ ਪਿਆਰ ਨੂੰ ਮਹਿਸੂਸ ਕਰੋ। ਅੱਜ ਮੈਂ ਅਤੇ ਰਵੀ ਖੁਸ਼ਹਾਲ ਜ਼ਿੰਦਗੀ ਜੀ ਰਹੇ ਹਾਂ। ਜੇਕਰ ਤੁਹਾਨੂੰ ਅੱਜ ਦੀ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰੋ ਅਤੇ ਆਪਣੇ ਦੋਸਤਾਂ ਨਾਲ ਵੀ ਸਾਂਝਾ ਕਰੋ। ਧੰਨਵਾਦ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਰੂਹਾਨੀ ਸੋਚ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਜ਼ਰੂਰ ਲਾਈਕ ਤੇ ਸ਼ੇਅਰ ਕਰਨਾ ਤੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਨਾ। ਧੰਨਵਾਦ।